फिर जो करना कर लो। तो फिर ਜਿਹੜੇ ਸਾਡੇ ਗੈਰਤ ਤੇ ਸੱਟ ਵੱਜਦੀ ਆ, ਜਿਹੜੀਆਂ ਕੌਮਾਂ 'ਚ ਗੈਰਤ ਨਾ ਹੋਵੇ ਉਹ ਕੌਮਾਂ ਜਿਉਂਦੀਆਂ ਵੀ ਨਹੀਂ ਰਹਿੰਦੀਆਂ। ਜਿਹੜੇ ਪਰਚੇ ਪਾ ਰਹੇ ਹੋ ਨਾ ਸਾਡੇ ਤੇ, ਇਹਦੇ ਤੇ ਵੀ ਆਉਣੇ ਆ ਅਸੀਂ ਬਾਅਦ 'ਚ, ਉਹ ਤੁਹਾਡੇ ਤੇ ਪੈਣੇ ਚਾਹੀਦੇ ਆ। ਤੇ ਨਾਲ ਕਿਸਾਨ ਖੁਦਕੁਸ਼ੀਆਂ ਕਰਦੇ ਆ, ਉਹਨਾਂ ਦੀਆਂ ਮੌਤ ਦੇ ਜ਼ਿੰਮੇਵਾਰ ਵੀ ਤੁਸੀਂ ਹੋ। ਤੁਹਾਡੇ ਤੇ 302 ਦੇ ਪਰਚੇ ਹੋਣੇ ਚਾਹੀਦੇ ਆ। ਜਾਂ ਸਰਕਾਰ ਨੂੰ ਇਹ ਵੀ ਕਹਿ ਦਈਏ ਵੀ ਕੋਈ ਨਹੀਂ, ਹੁਣ ਜੇ ਤੁਸੀਂ ਹਾਂ ਹੀ ਚੱਲਣਾ ਫਿਰ ਭਾਜਦਿਆਂ ਨੂੰ ਆਣ ਇੱਕੋ ਜਿਹੀ ਆ, ਫਿਰ ਕੋਈ ਨਹੀਂ, ਕੱਚਾ ਹੀ ਸਹੀ। ਸਭ ਤੋਂ ਪਹਿਲੀ ਗੱਲ ਤਾਂ ਇਹ ਜੋੜੋ ਵੀ ਜਿਹੜੇ ਕਿਸਾਨਾਂ ਤੇ ਕਰਜ਼ਾ ਚੜਿਆ ਉਹ ਮਾਫ ਕਰੋ, ਉਹ ਤੋਂ ਬਿਨਾਂ ਅਸੀਂ ਗੱਲ ਵੀ ਨਹੀਂ ਕਰਦੇ। ਇੱਕ ਮੀਟਿੰਗ 'ਚ ਜਾਂਦੇ ਹੋ, ਫੇਲ ਹੁੰਦੀ ਆ, ਬੇਸਿੱਟਾ ਨਿਕਲਦੀ ਆ, ਅਗਲੀਆਂ ਮੀਟਿੰਗ 'ਚ ਉਹਦੀਆਂ ਮੰਗਾਂ ਹੀ ਵਧਾ ਦਿਓ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਫਿਰ ਸੰਘਰਸ਼ 'ਚ ਬੈਠੇ ਆ। ਜਿਵੇਂ ਧੁੰਦ ਇੰਨੀ ਆ ਵੀ ਹੱਥ ਨੂੰ ਹੱਥ ਨਹੀਂ ਦਿੰਦਾ। ਅੱਜ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਬਾਰੇ ਗੱਲਬਾਤ ਕਰਦੇ ਆ। ਜਿਹੜੀ ਸਾਡੇ ਕਿਸਾਨ ਆਗੂ ਤੇ ਸਰਕਾਰ ਦੀ ਮੀਟਿੰਗ ਹੋਈ, ਆਈ ਥਿੰਕ 9ਵੀਂ ਮੀਟਿੰਗ ਹੋਈ ਆ। 9ਵੀਂ ਮੀਟਿੰਗ ਵੀ ਬੇਸੱਟਾ ਰਹੀ। ਪਰ ਅੱਜ ਦੀ ਮੀਟਿੰਗ ਜੋ ਸਰਕਾਰ ਦੇ ਨਾਲ ਹੋਈ ਆ, ਉਹਦੀ ਰੂਪਰੇਖਾ ਨੂੰ ਜੇ ਅਸੀਂ ਸਮਝੀਏ ਤਾਂ ਅੱਜ ਸਰਕਾਰ ਦੇ ਜਿਹੜੇ ਉੱਥੇ ਮੰਤਰੀ ਆਏ ਹੋਏ ਸੀ, ਉਹਨਾਂ ਨੇ ਕਿਹਾ ਵੀ ਜੀ ਅਸੀਂ ਰੱਦ ਨਹੀਂ ਕਰਨੇ, ਤੁਸੀਂ ਜੋ ਕਰਨਾ ਕਰ ਲਓ। ਸੋ ਇਹ ਜੀ ਸਟੇਟਮੈਂਟ ਆ ਜਿਹੜੀ, ਇਹਦੇ 'ਚ ਉਹਨਾਂ ਦੀ ਐਰੋਗੈਂਸ ਝਲਕਦੀ ਆ, ਹਨਾ। ਫਿਰ ਜੋ ਕਰਨਾ ਕਰ ਲਓ, ਤਾਂ ਫਿਰ ਜਿਹੜੇ ਸਾਡੇ ਗੈਰਤ ਤੇ ਸੱਟ ਵੱਜਦੀ ਆ, ਤੇ ਜਿਹੜੀਆਂ ਕੌਮਾਂ ਉਹ ਗੈਰਤ ਨਾਲ ਲੜਦੀਆਂ ਹੁੰਦੀਆਂ ਤੇ ਜਿਉਂਦੀਆਂ ਵੀ ਉਹੀ ਰਹਿੰਦੀਆਂ ਹੁੰਦੀਆਂ ਜਿਹੜੀਆਂ ਕੌਮਾਂ 'ਚ ਗੈਰਤ ਹੋਵੇ। ਜਿਹੜੀਆਂ ਕੌਮਾਂ 'ਚ ਗੈਰਤ ਨਾ ਹੋਵੇ ਉਹ ਕੌਮਾਂ ਜਿਉਂਦੀਆਂ ਵੀ ਨਹੀਂ ਰਹਿੰਦੀਆਂ ਹੁੰਦੀਆਂ। ਸੋ ਹੁਣ ਗੱਲ ਉਹ ਹੋ ਗਈ ਵੀ ਜਿਵੇਂ ਪੁਰਾਤਨ ਸਮਿਆਂ 'ਚ ਸਿੰਘ ਕਹਿੰਦੇ ਰਹੇ ਹੁੰਦੇ ਸੀ ਨਾ ਵੀ ਜੇ ਪੰਥ ਹੀ ਨਹੀਂ ਰਹਾ ਤਾਂ ਗ੍ਰੰਥ ਕੌਣ ਮੰਨੇਗਾ, ਹਨਾ। ਹੁਣ ਗੱਲ ਉੱਥੇ ਆ ਗਈ ਹੈ, ਜੇ ਪੰਥ ਹੀ ਨਹੀਂ ਰਹਾ ਤਾਂ ਗ੍ਰੰਥ ਕੌਣ ਮੰਨੇਗਾ, ਔਰ ਸਿੰਘ ਇਕੱਠੇ ਹੋ ਜਾਂਦੇ ਹੁੰਦੇ ਸੀ। ਸੋ ਸਾਨੂੰ ਵੀ ਹੁਣ ਮੈਨੂੰ ਲੱਗਦਾ ਇਹ ਗੱਲ ਸਮਝ ਲੈਣੀ ਚਾਹੀਦੀ ਆ, ਸਾਡੀ ਗੈਰਤ ਤੇ ਸੱਟ ਵੱਜੀ ਆ। ਅਗਲੀ ਗੱਲ ਸਰਕਾਰਾਂ ਦੀ ਜੇ ਆਪਾਂ ਕਰ ਲਈਏ, ਸਰਕਾਰਾਂ ਜਿਸ ਢੰਗ ਨਾਲ ਸਾਜ਼ਿਸ਼ਾਂ ਘੜਦੀਆਂ ਜਾਂ ਹਾਲਾਤ ਪੈਦਾ ਕਰਦੀਆਂ, ਉਹਨਾਂ ਹਾਲਾਤਾਂ ਕਰਕੇ ਹੀ ਇਹ ਸੰਘਰਸ਼ ਖੜਾ ਹੋਇਆ, ਇਹ ਐਜੀਟੇਸ਼ਨ ਖੜੀ ਹੋਈ ਆ। ਤੇ ਅੱਜ ਤੁਸੀਂ ਕਹਿੰਦੇ ਹੋ ਜੋ ਕਰਨਾ ਕੁਛ ਕਰ ਲਓ। ਤੁਸੀਂ ਜਿਹੜੀ ਸਾਡੇ ਕਿਸਾਨਾਂ ਦੀਆਂ ਖੁਦਕੁਸ਼ੀਆਂ, ਇੱਕ ਸਾਲ 'ਚ 3 ਤੋਂ 4 ਲੱਖ ਕਿਸਾਨ ਮਰਦੇ ਆ, ਖੁਦਕੁਸ਼ੀਆਂ ਕਰਦੇ ਆ। ਉਹ ਇਸ ਕਰਕੇ ਕਰਦੇ ਆ ਕਿਉਂਕਿ ਤੁਸੀਂ ਜਿਹੜੀਆਂ ਨੀਤੀਆਂ ਘੜਦੇ ਹੋ ਨਾ, ਇਹਦੀ ਤੁਸੀਂ ਨੀਂਹ 1966 'ਚ ਰੱਖ ਲਈ ਸੀ। 1966 'ਚ ਨੀਂਹ ਰੱਖੀ ਗ੍ਰੀਨ ਰੈਵੋਲੂਸ਼ਨ ਦੇ ਥਰੂ, ਤੇ ਉਸ ਨੀਂਹ ਨੇ ਅੱਜ ਖੜੇ ਕਿੱਥੇ ਆ ਅਸੀਂ? ਸਾਡੇ ਤੇ ਕਰਜ਼ੇ ਆ ਤੇ ਅਸੀਂ ਖੁਦਕੁਸ਼ੀਆਂ ਕਰਦੇ ਆ। ਤੇ ਉਹਦੇ ਜ਼ਿੰਮੇਵਾਰ ਕੌਣ ਆ? ਫਿਰ ਉਹਦੇ ਜ਼ਿੰਮੇਵਾਰ ਸਰਕਾਰਾਂ ਆਪ ਆ। ਅੱਜ ਤੁਸੀਂ ਜਿਹੜੇ ਪਰਚੇ ਪਾ ਰਹੇ ਹੋ ਨਾ ਸਾਡੇ ਤੇ, ਇਹਦੇ ਤੇ ਵੀ ਆਉਣੇ ਆ ਅਸੀਂ ਬਾਅਦ 'ਚ, ਉਹ ਤੁਹਾਡੇ ਤੇ ਪੈਣੇ ਚਾਹੀਦੇ ਆ। 3 ਤੋਂ 4 ਲੱਖ ਕਿਸਾਨ ਮਰਦਾ, ਕਿਸਾਨਾਂ ਤੇ ਕਰਜ਼ੇ ਆ, ਉਹਨਾਂ ਦੇ ਘਰਾਂ 'ਚ ਮੈਨੂੰ ਲੱਗਦਾ ਇੱਥੋਂ ਤੱਕ ਹਾਲਤ ਆ ਵੀ ਕਿਸੇ ਨੇ ਪੈਸਾ ਵੀ ਨਹੀਂ ਦੇਖਿਆ ਹੋਊਗਾ। ਜਦੋਂ ਆੜਤੀਏ ਕੋਲੇ ਜਾਈਦਾ, ਅਗਲਾ ਪਰਚੀ ਦੇ ਦਿੰਦਾ, ਅਗਲਾ ਕਹਿੰਦਾ ਲਾ ਫਲਾਨੇ ਥਾਂ ਤੋਂ ਜਾ ਕੇ ਕੱਪੜਾ ਲੈ ਲਾ, ਜਾਂ ਫਲਾਨੇ ਥਾਂ ਤੋਂ ਜਾ ਕੇ ਸੌਦਾ ਲੈ ਲਾ। ਤੁਸੀਂ ਹਾਲਤ ਕੀ ਕੀਤੀ ਆ ਕਿਸਾਨਾਂ ਦੀ? ਇਹ ਤੁਹਾਡੀਆਂ ਸਾਜ਼ਿਸ਼ਾਂ ਕਰਕੇ ਹੋਈ ਆ। ਸੈਂਟਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਹੜੀ MSP ਤੁਸੀਂ ਕਹਿੰਦੇ ਹੋ ਨਾ ਵੀ 6% ਕਿਸਾਨਾਂ ਨੂੰ ਮਿਲਦੀ ਆ, ਅਸੀਂ MSP ਕਿਉਂ ਬਣਾਈਏ ਕਾਨੂੰਨ? 6% ਤਾਂ ਕਿਸਾਨਾਂ ਨੂੰ ਮਿਲਦੀ ਆ, ਇਹ ਤੁਹਾਡੀ ਨੀਤੀਆਂ ਕਰਕੇ ਮਿਲਦੀ ਆ। ਤੁਹਾਡਾ ਫੇਲੀਅਰ ਆ, ਇਹ ਕਿਸਾਨਾਂ ਦਾ ਫੇਲੀਅਰ ਨਹੀਂ ਆ। ਜੇ 6% ਕਿਸਾਨਾਂ ਨੂੰ ਤੁਸੀਂ MSP ਮਿਲਦੀ ਆ, ਜਾਂ 6% ਕਿਸਾਨ ਉਹਦੀ ਫਸਲ ਦੀ ਖਰੀਦ ਤੁਸੀਂ ਕਰਦੇ ਹੋ 100% ਚੋਂ, ਤਾਂ ਇਹ ਤਾਂ ਤੁਹਾਡੀਆਂ ਨੀਤੀਆਂ ਦਾ ਤੇ ਪਾਲਿਸੀਆਂ ਦਾ ਫੇਲੀਅਰ ਆ, ਤੁਹਾਡੇ ਸਿਸਟਮ ਦਾ ਫੇਲੀਅਰ ਆ। ਤੇ ਜੇ ਅੱਜ ਕਿਸਾਨਾਂ ਤੇ ਕਰਜ਼ਾ ਤੇ ਨਾਲ ਕਿਸਾਨ ਖੁਦਕੁਸ਼ੀਆਂ ਕਰਦੇ ਆ, ਉਹਨਾਂ ਦੀਆਂ ਮੌਤ ਦੇ ਜ਼ਿੰਮੇਵਾਰ ਵੀ ਤੁਸੀਂ ਹੋ। ਤੁਹਾਡੇ ਤੇ 302 ਦੇ ਪਰਚੇ ਹੋਣੇ ਚਾਹੀਦੇ ਆ। ਤੁਸੀਂ ਇਹ ਜਿਹੜੀ ਫਾਰਮਰ ਜੈਨੋਸਾਈਡ ਕੀਤੀ ਆ ਇਸ ਦੇਸ਼ 'ਚ। ਅਗਲੀ ਗੱਲ ਜੇ ਆਪਾਂ ਇਸ ਗੱਲ ਤੇ ਆਈਏ ਵੀ ਸਰਕਾਰ ਦਾ ਜੋ ਐਟੀਟਿਊਡ ਆ ਨਾ, ਅੱਜ ਜੋ ਪੋਲੀਟੀਕਲ ਸਮਝ ਆ, ਹਜੇ ਤੱਕ ਇਸ ਐਜੀਟੇਸ਼ਨ ਦਾ ਉਹਨਾਂ ਨੂੰ ਮੂਲ ਖਾਂਸਾ ਹੀ ਸਮਝ ਨਹੀਂ ਆਇਆ।
ਜੇ ਤੁਹਾਨੂੰ ਮੂਲ ਖਾਂਸਾ ਹੀ ਇਸ ਐਜੀਟੇਸ਼ਨ ਦਾ ਸਮਝ ਨਹੀਂ ਆ, ਫਿਰ ਤੁਸੀਂ ਕਿੱਥੋਂ ਮਸਲਿਆਂ ਦੇ ਹੱਲ ਦੇ ਦੋਗੇ ਸਾਨੂੰ? ਸਾਡੀ ਧਿਰ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਹੁਣ ਇਹਨਾਂ ਨੇ ਆਏ ਨਹੀਂ ਸਮਝਣਾ। ਹੁਣ ਸਾਨੂੰ ਸਾਡੀ ਗੈਰਤ ਤੇ ਗੱਲ ਆਈ ਆ, ਗੈਰਤ ਤੇ ਸੱਟ ਵੱਜੀ ਆ, ਤੇ ਫਿਰ ਸਾਨੂੰ ਗੱਲਾਂ ਵੀ ਉਸੇ ਢੰਗ ਨਾਲ ਸਮਝਾਉਣੀਆਂ ਪੈਣੀਆਂ। ਅੱਜ ਦੀ ਮੈਂ ਤੁਹਾਨੂੰ ਘਟਨਾ ਦੱਸਦਾ। ਅੱਜ ਇਹਨਾਂ ਨੇ ਜਿਹੜੇ ਸਾਹਮਣ ਭੇਜੇ ਮੇਰੇ ਬ੍ਰਦਰ ਤੇ ਵੀ UAPA ਐਕਟ ਮਨਦੀਪ ਤੇ, ਉਸ ਐਕਟ ਦੇ ਅਧੀਨ ਇਹਨਾਂ ਨੇ ਸਾਹਮਣ ਭੇਜੇ ਤੇ ਉਹਦੀ ਪੇਸ਼ੀ ਰੱਖੀ ਦਿੱਲੀ FIR ਦਰਜ ਆ, 15 ਦਸੰਬਰ ਦੀ ਕੋਈ FIR ਆ, ਤੇ ਉਹਦੇ ਅਧੀਨ ਇਹਨਾਂ ਨੇ ਸਾਹਮਣ ਭੇਜੇ। ਉਹ ਸਾਹਮਣ ਹੋਰ ਵੀ ਬੰਦਿਆਂ ਨੂੰ ਸਾਡਿਆਂ ਨੂੰ ਗਏ ਪੰਜਾਬ 'ਚ, ਹਨਾ। ਹੁਣ ਇਹਨਾਂ ਨੇ ਉਸ ਹਰ ਵਿਅਕਤੀ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕਰਨ ਸ਼ੁਰੂ ਕਰਤਾ, ਜਿਹੜੇ ਪਰਿਵਾਰਾਂ ਦੀ ਜਾਂ ਜਿਹੜੇ ਵਿਅਕਤੀਆਂ ਦੀ ਇਸ ਸੰਘਰਸ਼ 'ਚ ਕੋਈ ਸ਼ਮੂਲੀਅਤ ਆ ਤੇ ਉਹ ਮਾੜਾ ਮੋਟਾ ਇੰਪੈਕਟ ਰੱਖਦੇ ਆ, ਕਿਉਂਕਿ ਇਹਨਾਂ ਨੇ ਇਹੀ ਕਰਨਾ ਹੁੰਦਾ। ਇਹ ਜਿਹੜੇ ਪੈਂਤਰੇ ਆ ਨਾ, ਇਹ ਬੜੇ ਪੁਰਾਣੇ ਆ। ਸਾਡੇ ਪਰਿਵਾਰ ਨੇ ਤਾਂ ਬੜੇ ਇਹ ਪਹਿਲਾਂ ਦੇਖੇ ਆ, ਹੁਣ ਦੇਖ ਲਾਂਗੇ, ਉਹ ਐਡੀ ਕੋਈ ਗੱਲ ਨਹੀਂ। ਪਰ ਇਸ ਜਿਹੜੀ ਤੁਹਾਡੇ ਪੈਂਤੜਿਆਂ ਨਾਲ ਵੀ ਅਸੀਂ ਪਾਸੇ ਹੋ ਜਾਾਂਗੇ ਤੇ ਆਪਦੇ ਹੱਕਾਂ ਦੀ ਆਵਾਜ਼ ਨਾ ਬੁਲੰਦ ਕਰਾਂਗੇ, ਇਹ ਤਾਂ ਨਹੀਂ ਹੋ ਸਕਦਾ। ਸੋ ਸੈਂਟਰ ਨੂੰ ਅਸੀਂ ਜਾਂ ਸਰਕਾਰ ਨੂੰ ਇਹ ਵੀ ਕਹਿ ਦਈਏ ਵੀ ਕੋਈ ਨਹੀਂ, ਹੁਣ ਜੇ ਤੁਸੀਂ ਹਾਂ ਹੀ ਚੱਲਣਾ ਫਿਰ ਭਾਜਦਿਆਂ ਨੂੰ ਵਾਹਣ ਇੱਕੋ ਜਿਹੀ ਆ, ਫਿਰ ਕੋਈ ਨਹੀਂ, ਕੱਚੇ ਹੀ ਸਹੀ। ਸਾਡੇ ਆਗੂਆਂ ਨੂੰ ਵੀ ਪਤਾ ਹੋਣਾ ਚਾਹੀਦਾ। ਹੁਣ ਮੈਂ ਕਹਿੰਦਾ 4-5 ਮੰਗਾਂ ਹੋਰ ਜੋੜੋ। ਸਭ ਤੋਂ ਪਹਿਲੀ ਗੱਲ ਤਾਂ ਇਹ ਜੋੜੋ ਵੀ ਜਿਹੜੇ ਕਿਸਾਨਾਂ ਤੇ ਕਰਜ਼ਾ ਚੜਿਆ ਉਹ ਮਾਫ ਕਰੋ। ਉਹ ਤੋਂ ਬਿਨਾਂ ਅਸੀਂ ਗੱਲ ਵੀ ਨਹੀਂ ਕਰਦੇ, ਅਗਲੀ ਮੀਟਿੰਗ ਤੇ ਵੀ ਨਹੀਂ ਆਉਂਦੇ ਜੇ ਤੁਸੀਂ ਕਿਸਾਨਾਂ ਤੇ ਜਿਹੜਾ ਚੜਿਆ ਕਰਜ਼ਾ, ਵੀ ਆਪਣੇ ਲੋਕਾਂ ਦਾ ਭਲਾ ਤਾਂ ਹੋਵੇ। ਪਹਿਲੀ ਮੰਗ ਹੀ ਇਹ ਰੱਖੋ ਵੀ ਪਹਿਲਾਂ ਤਾਂ ਕਰਜ਼ਾ ਮਾਫ ਕਰੋ ਤੁਸੀਂ ਕਿਸਾਨਾਂ ਤੇ ਜਿਹੜਾ ਚੜਿਆ, ਉਹ ਤੁਹਾਡੀਆਂ ਨੀਤੀਆਂ ਕਰਕੇ ਚੜਿਆ ਨਾ, ਉਹ ਮਾਫ ਕਰੋ। ਫਿਰ ਅਸੀਂ ਗੱਲਬਾਤ ਕਰਨ ਨੂੰ ਆਉਣੇ ਆ ਤੁਹਾਡੇ ਕੋਲੇ। ਫਿਰ ਤੁਸੀਂ ਇਹ ਤਾਂ ਇੱਕ ਮੀਟਿੰਗ 'ਚ ਜਾਂਦੇ ਹੋ, ਫੇਲ ਹੁੰਦੀ ਆ, ਬੇਸਿੱਟਾ ਨਿਕਲਦੀ ਆ, ਅਗਲੀਆਂ ਮੀਟਿੰਗ 'ਚ ਉਹਦੀਆਂ ਮੰਗਾਂ ਹੀ ਵਧਾ ਦਿਓ, ਆਉਣ ਦਿਓ ਫਿਰ ਇਹਨਾਂ ਨੂੰ। ਤੇ ਜਿਹੜੀ 26 ਜਨਵਰੀ ਆ ਨਾ, ਹੁਣ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਹੋਣੀ ਚਾਹੀਦੀ ਆ ਉੱਥੇ। 26 ਜਨਵਰੀ ਅਸੀਂ ਹੁਣ ਤੱਕ 26 ਨਵੰਬਰ ਬੜਾ ਅਹਿਮ ਸੀ। 26 ਨਵੰਬਰ ਅਹਿਮ ਹੀ ਇਸ ਤਰ੍ਹਾਂ ਸੀ, ਜਿਹੜੇ ਕਹਿੰਦੇ ਆ ਨਾ ਵੀ ਅਸੀਂ ਜਾਬਤੇ 'ਚ ਨਹੀਂ, ਅਸੀਂ ਜਾਬਤੇ 'ਚ ਹੀ ਆ। ਅਸੀਂ ਉਦੋਂ ਵੀ ਜਾਬਤੇ 'ਚ ਸੀ, ਪਰ ਜਾਬਤੇ 'ਚ ਰਹਿੰਦੇ ਹੋਏ ਵੀ ਅਸੀਂ ਬੈਰੀਕੇਡ ਭੰਨੇ ਸੀ ਨਾ। ਜਿਹੜੇ ਟਰੈਕਟਰ ਤੇ ਤੁਸੀਂ ਅੱਗੇ ਸਟੇਜ ਲਾਈ ਸੀ, ਉਹ ਟਰੈਕਟਰ ਬੈਰੀਕੇਡ ਭੰਨ ਕੇ ਹੀ ਆਇਆ ਸੀ। ਸੋ ਐਕਟੀ ਵੀ ਜਿਹੜਾ ਸਾਨੂੰ ਪ੍ਰੋਗਰਾਮ ਦੇਣਾ ਚਾਹੀਦਾ, ਉਹਦਾ ਇੰਪੈਕਟ ਹੋਣਾ ਚਾਹੀਦਾ। ਇੰਪੈਕਟਫੁਲ ਪ੍ਰੋਗਰਾਮ ਦਿਓ। ਤੁਹਾਨੂੰ ਇਹ ਬੇਨਤੀ ਆ ਸਾਡੀ, ਸਾਡੇ ਜਿਹੜੀ ਸੰਗਤ ਆ, ਲੋਕ ਆ, ਉਹਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਹੋਵੇ। ਇੱਥੇ ਕੋਈ ਸ਼ਰਾਰਤੀ ਅਨਸਰ ਨਹੀਂ ਆ। ਹਰ ਬੰਦਾ ਕਿਸਾਨੀ ਦੇ ਸੰਘਰਸ਼ 'ਚ ਆ, ਤਰਜੀਹ ਕਿਸਾਨੀ ਦੇ ਮੁੱਦਿਆਂ ਨੂੰ ਆ। ਅਸੀਂ ਚਾਹੁੰਦੇ ਆ, ਸੰਗਤ ਇਹ ਚਾਹੁੰਦੀ ਆ। ਇੱਥੇ ਦੇਖੋ ਸਾਰੀ ਸੰਗਤ ਖੜੀ ਆ, ਇੰਨੇ ਅਸੀਂ ਠੰਡ 'ਚ ਇੱਥੇ ਬੈਠੇ ਆ। ਇਹ ਚਾਹੁੰਦੀ ਆ ਵੀ ਲੋਕਾਂ ਦਾ ਭਲਾ ਹੋਵੇ, ਕਿਸਾਨਾਂ ਦਾ ਭਲਾ ਹੋਵੇ। ਪਿੰਡਾਂ 'ਚ ਰਹਿੰਦੇ ਜਿਹੜੇ ਲੋਕ ਆ, ਉਹਨਾਂ ਦੇ ਹਾਲਾਤ ਸੁਧਰਨ। ਪਿੰਡਾਂ 'ਚ ਜੋ ਹਾਲਾਤ ਬਣੇ ਹੋਏ ਆ, ਉਹ ਸਾਨੂੰ ਸਾਰਿਆਂ ਨੂੰ ਪਤਾ, ਪਰ ਅਸੀਂ ਉਹਨਾਂ ਤੋਂ ਪਤਾ ਨਹੀਂ ਕਦੋਂ ਤੱਕ ਮੁਨਕਰ ਹੁੰਦੇ ਰਹਾਂਗੇ, ਅਸਲ ਗੱਲ ਤੇ ਹੀ ਨਾ ਆਵਾਂਗੇ। ਅਸੀਂ ਇਹ ਗੱਲ ਕੋਈ ਪੋਲੀਟੀਕਲ, ਦੇਖੋ ਇਹ ਪੋਲੀਟੀਕਲ ਲੜਾਈ ਬਣਦੀ ਜਾ ਰਹੀ ਆ, ਪੋਲੀਟੀਕਲ ਰੂਪ ਬਣਦਾ ਜਾ ਰਿਹਾ ਇਹਦਾ। ਚਲੋ ਇਹ ਤਾਂ ਹਾਲਾਤ ਨੇ ਉਸ ਪਾਸੇ ਨੂੰ ਤੋਰਤਾ, ਪਰ ਲੋਕਾਂ ਦਾ ਭਲਾ ਹੋਣਾ ਬਹੁਤ ਜ਼ਰੂਰੀ ਆ। ਲੋਕਾਂ ਦਾ ਜਜ਼ਬਾਤ ਆ ਜਿਹੜੇ, ਉਹਨਾਂ ਜਜ਼ਬਾਤਾਂ ਤੇ ਪਹਿਰਾ ਦੇਣਾ ਸਾਡਾ ਬੜਾ ਜ਼ਰੂਰੀ ਆ। ਇੱਥੇ ਦੇਖ ਲਓ, ਇੰਨੀ ਧੁੰਦ 'ਚ ਵੀ ਮਾੜਾ ਜਿਹਾ ਦਿਖਾਓ ਤੁਸੀਂ ਇੱਧਰ ਨੂੰ ਫੇਰ ਕੇ, ਹਨਾ। ਆ ਸਾਰੇ ਸਾਡੇ ਬੰਦੇ ਭਾਈ ਪਿੱਛੇ ਨਾ ਕਰੋ, ਮੇਰੇ ਬੱਚੇ ਆ ਸਾਡੀਆਂ ਮਾਤਾਵਾਂ। ਹਾਂਜੀ ਕੋਈ ਨਹੀਂ, ਆ ਜਾ। ਇਹ ਸਾਡੀਆਂ ਮਾਤਾਵਾਂ ਇੱਥੇ, ਹਨਾ, ਤੇ ਸਾਡੀਆਂ ਇਹ ਸਾਡੇ ਲਈ ਲੰਗਰ ਬਣਾਉਂਦੀਆਂ। ਅਸੀਂ ਆ ਕੇ ਲੰਗਰ ਖਾ ਲੈਂਦੇ ਆ। ਕੋਈ ਗੱਲ ਆ ਇਹ, ਇਹਨਾਂ ਨੂੰ ਘਰ ਛੜਾਏ ਹੋਏ ਆ, ਇੱਥੇ ਬੱਚਿਆਂ ਨੂੰ ਘਰ ਛੜਾਏ ਹੋਏ ਆ, ਬਜ਼ੁਰਗ ਬੈਠੇ ਆ ਇੰਨੀ ਠੰਡ 'ਚ। ਚਲੋ ਅਸੀਂ ਫੇਰ ਆਪਦੇ ਉੱਤੇ ਮਾੜਾ ਮੋਟਾ ਝੱਲ ਲਾਂਗੇ ਇਹਨਾਂ ਗੱਲਾਂ ਨੂੰ, ਪਰ ਇੰਨੀਆਂ ਨਿਰਦਈ ਸਰਕਾਰਾਂ, ਇਹੋ ਜੀ ਗਵਰਨੈਂਸ ਤੁਸੀਂ ਇਹਨੂੰ ਗਵਰਨੈਂਸ ਕਹਿੰਦੇ ਹੋ? ਇਸ ਤਰ੍ਹਾਂ ਦੇਸ਼ ਚੱਲਦੇ ਆ। ਹੁਣ ਉਦੋਂ ਬਾਅਦ ਤੁਸੀਂ ਵੰਗਾਰੀ ਜਾਂਦੇ ਹੋ ਸਾਨੂੰ, ਜਿਵੇਂ ਪਤਾ ਨਹੀਂ ਕਿੱਡਾ ਕੁ ਵੱਡੇ ਜੰਗ ਦੀ ਤਿਆਰੀ ਤੁਸੀਂ ਵਿੱਢੀ ਬੈਠੇ ਹੋ, ਤੇ ਉਹਦੇ ਖਾਤਰ ਤੁਸੀਂ ਕਿੱਡੇ ਵੱਡੇ ਖਰਚੇ ਕਰ ਦੋਗੇ। ਤੁਸੀਂ ਆਪਦੀਆਂ ਆਰਮਡ ਫੋਰਸਿਸ ਨੂੰ ਬੁਲਾਓਗੇ, ਬੈਰੀਕੇਟਿੰਗ ਕਰੋਗੇ, ਕੰਟੇਨਰਸ ਰੱਖੋਗੇ, ਪਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਨਹੀਂ ਦੇਣੇ। ਕਿਸਾਨਾਂ ਨੂੰ ਇਹ ਨਹੀਂ ਕਹਿਣਾ ਵੀ ਨਹੀਂ ਤੁਹਾਨੂੰ ਕੋਈ ਨਹੀਂ, ਤੁਹਾਡੇ ਹੱਕ ਦਿੰਨੇ ਆ, ਤੁਹਾਡੀ ਖਾਤਰ ਵੀ ਕੁਝ ਕਰਦੇ ਆ। ਇਹ ਨਹੀਂ ਕਰਨਾ ਅਸੀਂ। ਔਰ ਮੈਨੂੰ ਸਮਝ ਹੀ ਨਹੀਂ ਆ ਰਹੀ ਕਿਸ ਤਰ੍ਹਾਂ ਦੇ ਹਾਲਾਤ ਆ ਇੱਥੇ,
ਉਹਨਾਂ ਹਾਲਾਤਾਂ ਨੂੰ ਕੋਈ ਸਮਝ ਨਹੀਂ ਰਿਹਾ। ਕੋਈ ਤੁਹਾਡੇ ਚੋਂ ਹੀ ਬੰਦਾ ਕੋਈ ਨੇਕ ਰੂਹ ਹੋਵੇ, ਉਹਦੇ ਅੰਦਰ ਕਿਤੇ ਮਾੜੀ ਮੋਟੀ ਇਨਸਾਨੀਅਤ ਜਾਗ ਜੇ, ਹਨਾ। ਸੋ ਇਹਨਾਂ ਗੱਲਾਂ ਨੂੰ, ਇਹਨਾਂ ਮਸਲਿਆਂ ਨੂੰ ਜੇ ਕੋਈ ਸਮਝਦਾ ਨਹੀਂ, ਫਿਰ ਅਸੀਂ ਆਪਦੇ ਆਪ ਨੂੰ ਇਨਸਾਨ ਕਹਿੰਦੇ ਆ। ਆਈ ਥਿੰਕ ਯੂ ਨੋ it's we are far away from being a human being. So ਜਿਸ ਢੰਗ ਨਾਲ ਇਸ ਸੰਘਰਸ਼ ਨਾਲ ਲੋਕ ਜੁੜੇ ਹੋਏ ਆ, ਇੱਥੇ ਹੀ ਨਹੀਂ, ਸਾਰਾ ਪੰਜਾਬ, ਸਾਰਾ ਹਰਿਆਣਾ, ਇਧਰੋਂ ਯੂਪੀ ਵਾਲੇ ਕੀ, ਰਾਜਸਥਾਨ ਵਾਲੇ ਕੀ, ਹੋਰ ਪਾਸਿਓਂ ਬੰਦੇ ਕੀ, ਫਿਰ ਬਾਹਰਲੀ ਸੰਗਤ ਜੋ ਇਹਦੇ ਨਾਲ ਜੁੜੀ ਹੋਈ ਆ, ਉਹ ਬੈਠੇ ਚਾਹੇ ਬਾਹਰ ਆ, ਉਹਨਾਂ ਦੇ ਰੂਹ ਵੀ ਇੱਥੇ ਆ, ਉਹਨਾਂ ਦੇ ਦਿਲ ਵੀ ਇੱਥੇ ਆ। ਸੋ ਇਹ ਕੋਈ ਇਹਦੀ ਇੰਪੋਰਟੈਂਸ ਆ ਨਾ, ਜਿਹੜੀ ਇਹਦੀ ਇੰਪੋਰਟੈਂਸ ਇਸ ਸੰਘਰਸ਼ ਦੀ, ਇਹ ਕੋਈ ਸਥਾਨਕ ਨਹੀਂ ਆ, ਇਹ ਲੋਕਲ ਨਹੀਂ ਆ, ਗਲੋਬਲ ਆ। ਸਰਕਾਰ ਨੂੰ ਅਸੀਂ ਹੁਣ ਵੀ ਕਹਿ ਰਹੇ ਹਾਂ ਵੀ ਤੁਸੀਂ ਸਮਝ ਜੋ, ਤੁਸੀਂ ਜੋ ਗੱਲਬਾਤ ਦਾ ਸਿਲਸਿਲਾ ਜਾਂ ਸੰਘਰਸ਼ ਦਾ ਜੋ ਇਹਦੀ ਰੂਪਰੇਖਾ, ਇਹਨੂੰ ਵਿਗਾੜੋ ਨਾ, ਹਾਲਾਤ ਨਾ ਪੈਦਾ ਕਰੋ ਵੀ ਇਹ ਵਿਗੜ ਕੇ ਕਿਸੇ ਹੋਰ ਪਾਸੇ ਨੂੰ ਜਾਵੇ। ਆਪਦੀ ਜਿਹੜੀ ਤੁਹਾਡੇ ਕੋਲੇ ਸਿਸਟਮ ਆ, ਜਾਂ ਤੁਸੀਂ ਜਿੰਨੇ ਰਿਸੋਰਸਿਸ ਰੱਖੇ ਹੋਏ ਆ, ਜਾਂ ਆਪਦੀਆਂ ਫੋਰਸਸ ਤੇ ਇੰਨਾ ਹੰਕਾਰ ਨਾ ਕਰੋ ਵੀ ਤੁਸੀਂ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਇੰਨਾ ਕੁ ਦਬਾ ਦਿਓ ਜਾਂ ਉਹਨਾਂ ਨੂੰ ਕੁਚਲ ਦਿਓ ਵੀ ਲੋਕ ਬੋਲਣ ਜੋਗੇ ਵੀ ਨਾ ਰਹਿਣ। ਜਦੋਂ ਜ਼ਬਰ ਤੇ ਜ਼ੁਲਮ ਕਿਤੇ ਵਧੂਗਾ, ਉਦੋਂ ਉਹਦਾ ਵਿਰੋਧ ਵੀ ਪੈਦਾ ਹੋਊਗਾ, ਉਹਦੇ ਖਿਲਾਫ ਆਵਾਜ਼ ਵੀ, ਇਹ ਕੁਦਰਤੀ ਵਰਤਾਰਾ, ਇਹਦੇ ਖਿਲਾਫ ਆਵਾਜ਼ ਵੀ ਉੱਠੂਗੀ, ਬੁਲੰਦ ਹੋਊਗੀ। ਸੋ ਇਹ ਜਿਹੜੇ ਲੋਕ ਆ ਨਾ, ਇਹ ਤੁਹਾਡੇ ਜ਼ਬਰ ਤੇ ਜ਼ੁਲਮ ਨੂੰ ਠਾਲਣ ਵਾਸਤੇ ਹੀ ਬੈਠੇ ਆ। ਦੁਨੀਆ ਦੇਖ ਰਹੀ ਆ ਇਸ ਸੰਘਰਸ਼ ਨੂੰ, ਦੁਨੀਆ ਦੇਖ ਰਹੀ ਆ ਇਹਨਾਂ ਲੋਕਾਂ ਨੂੰ, ਤੇ ਇਹਨਾਂ ਲੋਕਾਂ ਨੇ ਇੱਥੋਂ ਦਾ ਸਭ ਕੁਝ ਬਦਲ ਦੇਣਾ, ਤਰਜ਼ਾ ਜ਼ਿੰਦਗੀ ਬਦਲ ਦੇਣੀ ਆ ਜੇ ਤੁਸੀਂ ਨਾ ਸੁਧਰੇ ਤਾਂ। ਸੋ ਸਾਡੀ ਤਾਂ ਤੁਹਾਨੂੰ ਬੇਨਤੀ ਆ ਵੀ ਹੁਣ ਜਿਹੜੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ, ਜਿਹੜੇ ਹਾਲਾਤ ਤੁਸੀਂ ਸਮੇਂ ਤੋਂ ਸਾਨੂੰ ਪੈਦਾ ਕਰਦੇ ਆ ਰਹੇ ਹੋ, ਸਾਨੂੰ ਉਹਨਾਂ ਹਾਲਾਤਾਂ 'ਚੋਂ ਗੁਜ਼ਰਨਾ ਪੈਂਦਾ। ਉਹਨਾਂ ਹਾਲਾਤਾਂ ਦੀ ਦੇਣ ਆ ਵੀ ਇੱਥੇ ਐਡੀ ਕੁ ਵੱਡੀ ਅਰਾਜਕਤਾ ਪੈਦਾ ਹੋ ਰਹੀ ਆ, ਕੋਈ ਸਾਰਥਕ ਸਮਾਜ ਨਹੀਂ, ਉਹਨਾਂ 'ਚ ਨੈਤਿਕਤਾ ਨਹੀਂ ਰਹੀ, ਉਹਨਾਂ 'ਚ ਹਿਊਮੈਨਿਟੀ ਨਹੀਂ ਰਹੀ। ਤੁਸੀਂ ਇਹ ਦੇਖੋ, ਜੇ ਕਿਸਾਨਾਂ 'ਚ ਇਕਨੋਮੀ ਵਾਈਜ਼ ਵੀ ਦੇਖੀਏ, ਜੇ ਕਿਸਾਨਾਂ ਕੋਲੇ ਪੈਸੇ ਹੋਣਗੇ ਤਾਂ ਉਹ ਸਮਾਨ ਖਰੀਦਣਗੇ, ਕੋਈ ਮੋਟਰਸਾਈਕਲ ਖਰੀਦੂ, ਕੋਈ ਕਾਰ ਖਰੀਦੂ, ਕੋਈ ਹੋਰ ਸਮਾਨ ਖਰੀਦਣਗੇ ਤਾਂ ਇਕਨੋਮੀ 'ਚ ਪੈਸਾ ਆਊਗਾ। ਇਕਨੋਮੀ 'ਚ ਪੈਸਾ ਆਊਗਾ ਤਾਂ ਇਕਨੋਮੀ ਪ੍ਰੋਸਪਰ ਹੋਊਗੀ। ਇਹ ਤਾਂ ਸਿੰਪਲ ਜਿਹਾ ਫਾਰਮੂਲਾ ਨਾ, ਪਰ ਤੁਹਾਡੀਆਂ ਨੀਤੀਆਂ ਨਾਲ ਜਿਹੜੀ ਵੈਲਥ ਆ ਉਹ ਤੁਸੀਂ ਐਕੂਮੂਲੇਟ ਕਰ ਰਹੇ ਹੋ ਕੁਛ ਹੀ ਹੱਥਾਂ 'ਚ, ਕੁਛ ਲੋਕਾਂ ਤੱਕ ਹੀ ਵੈਲਥ ਰਹਿ ਜਾਂਦੀ ਆ, ਬਾਕੀ ਤਾਂ ਹੈਂਡ ਟੂ ਮਾਊਥ ਆ। ਜੇ ਜਿਉਂ ਰਹੇ ਆ ਤਾਂ ਜਿਉਂ ਰਹੇ ਆ, ਉਹ ਬਸ ਉਸ ਢੰਗ ਨਾਲ ਹੀ ਜਿਉਂਦੇ ਰਹਿਣ। ਉਹਨਾਂ ਦੀ ਤੁਸੀਂ ਜਿਵੇਂ ਜਿਉਣਾ ਕਿਵੇਂ ਆ, ਉਹਨਾਂ ਨੇ ਰਹਿਣਾ ਕਿਵੇਂ ਆ, ਖਾਣਾ ਕੀ ਆ, ਪਹਿਨਣਾ ਕੀ ਆ, ਇਹ ਵੀ ਪਰਿਭਾਸ਼ਿਤ ਤੁਸੀਂ ਕਰਨ ਲੱਗ ਗਏ। ਉਹ ਹੈ ਕੌਣ ਲੋਕ, ਇਹ ਵੀ ਪਰਿਭਾਸ਼ਿਤ ਤੁਸੀਂ ਕਰਨ ਲੱਗ ਗਏ। ਐਂ ਤਾਂ ਨਹੀਂ ਚੱਲਦਾ ਹੁੰਦਾ। ਜਿਹੜੀ ਸਦੀਆਂ ਤੋਂ ਕੋਈ ਸੱਭਿਅਤਾਵਾਂ, ਸਦੀਆਂ ਤੋਂ ਸਿਵਲਾਈਜੇਸ਼ਨਸ ਇਵੋਲਵ ਹੋਈਆਂ, ਜਿਹੜੀਆਂ ਵਿਕਸਿਤ ਹੋਈਆਂ, ਉਹਨਾਂ ਨੂੰ ਤੁਸੀਂ ਪਰਿਭਾਸ਼ਿਤ ਕਰੋਗੇ। ਤੁਸੀਂ ਰੱਬ ਤੋਂ ਵੀ ਵੱਡਾ ਆਪਦੇ ਆਪ ਨੂੰ ਮੰਨਣ ਲੱਗ ਗਏ। ਇਹ ਐਂ ਤਾਂ ਨਹੀਂ ਚੱਲਦਾ ਹੁੰਦਾ। ਸੋ ਇਹ ਅਰਾਜਕਤਾ ਤੁਸੀਂ ਪੈਦਾ ਕੀਤੀ ਆ, ਤੁਸੀਂ ਇਸ ਅਰਾਜਕਤਾ ਦੇ ਜ਼ਿੰਮੇਵਾਰ ਹੋ, ਤੁਸੀਂ ਇਹਨਾਂ ਮੌਤਾਂ ਦੇ ਜ਼ਿੰਮੇਵਾਰ ਹੋ। ਤੁਹਾਡੇ ਤੇ ਪਰਚੇ ਪੈਣੇ ਚਾਹੀਦੇ ਆ, UAPA ਵੀ ਤੁਹਾਡੇ ਤੇ ਪੈਣਾ ਚਾਹੀਦਾ। ਤੁਸੀਂ ਤਾਂ ਇਸ ਦੇਸ਼ ਦੇ ਹੱਕ 'ਚ ਨਹੀਂ ਕਰ ਰਹੇ ਜੋ ਕਰ ਰਹੇ ਹੋ। ਜੇ ਅਸਲ ਤੌਰ ਤੇ ਮੰਨੀਏ, ਦੇਸ਼ ਦੇ ਜਿਹੜੇ ਐਂਟੀ ਨੈਸ਼ਨਲ ਤਾਂ ਸਰਕਾਰਾਂ, ਐਂਟੀ ਨੈਸ਼ਨਲ ਲੋਕ ਨਹੀਂ ਆ ਲੋਕ ਐਂਟੀ ਨੈਸ਼ਨਲ ਆ, ਜਿਹੜੇ ਸੜਕਾਂ ਤੇ ਬੈਠੇ ਆ, ਇੱਥੇ ਧੂਣੀਆਂ ਲਾਈ ਬੈਠੇ ਆ। ਤੁਸੀਂ ਤਾਂ ਬੈਠੇ ਹੋ ਕੋਠੀਆਂ 'ਚ ਹੀਟਰ ਲਾ ਕੇ, ਹਨਾ। ਅਸੀਂ ਇੱਥੋਂ ਕਿਤੋਂ ਤਾਰਾਂ ਖਿੱਚਦੇ ਆ, ਜੇ ਕਿਸੇ ਨੇ ਹੀਟਰ ਲਾਉਣਾ, ਉੱਥੋਂ ਫਲਾਨਾ ਪਾਣੀ ਉੱਥੋਂ ਆਉਂਦਾ, ਲੰਗਰ ਉੱਥੋਂ ਆਉਂਦਾ, ਇੱਥੇ ਬਾਥਰੂਮ ਆਏ ਬਣਾਏ ਹੋਏ ਆ, ਇੱਥੇ ਪਤਾ ਨਹੀਂ ਕੀ ਹਾਲ ਆ। ਇਨਹਿਊਮਨ ਕੰਡੀਸ਼ਨਸ 'ਚ ਅਸੀਂ ਰਹਿ ਰਹੇ ਹਾਂ, ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ, ਔਰ ਹਜੇ ਤੱਕ ਤੁਹਾਨੂੰ ਸਮਝ ਹੀ ਨਹੀਂ ਆ ਰਹੀ, ਤੇ ਤੁਸੀਂ ਇਹਨੂੰ ਗਵਰਨੈਂਸ ਕਹਿੰਦੇ ਹੋ, ਤੇ ਤੁਸੀਂ ਦੇਸ਼ ਨੂੰ ਗਵਰਨ ਕਰ ਰਹੇ ਹੋ। ਆਈ ਥਿੰਕ ਯੂ ਗਾਇਜ਼ ਸ਼ੁੱਡ ਬੀ ਅਸ਼ੇਮਡ ਆਫ ਯੋਰਸੈਲਫ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਮੀਟਿੰਗ ਦਰ ਮੀਟਿੰਗ ਹੁੰਦੀ ਰਹੂ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮੇਰੀ ਅਪੀਲ ਆ, ਮੇਰੀ ਬੇਨਤੀ ਆ ਵੀ ਅਗਲੀ ਮੀਟਿੰਗ 'ਚ ਜਾਣ ਤੋਂ ਪਹਿਲਾਂ ਮੰਗ ਪਹਿਲੀ ਇਹ ਹੋਣੀ ਚਾਹੀਦੀ ਆ ਵੀ ਪਹਿਲਾਂ ਕਰੋ ਕਰਜ਼ਾ ਮਾਫ, ਫੇਰ ਟੇਬਲ ਤੇ ਬੈਠਾਂਗੇ ਅਸੀਂ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸੰਗਤ ਨੂੰ ਚੜ੍ਹਦੀ ਕਲਾ 'ਚ ਰਹੋ। ਚੜ੍ਹਦੀ ਕਲਾ ਹੀ ਸਾਨੂੰ ਸਾਡੇ ਰਹਿਬਰਾਂ ਨੇ, ਗੁਰੂਆਂ ਨੇ ਸਿਖਾਈ ਆ। ਜਿਉਂਦੇ ਵਸਦੇ ਰਹੋ। ਸਤਿ ਸ੍ਰੀ ਅਕਾਲ ਜੀ।